ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਦ ਤ੍ਰਿਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰੁਦੇਵ ਏ ਨਮਹਿ ਮੂਕ ਉਚਰੈ ਸਾਸਤ੍ਰ ਖਟ ਪਿੰਗ ਗਰਣ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੈ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਹਜ਼ੂਰੀ ਅੰਦਰ ਆਪਾਂ ਸਾਰੇ ਸੱਜ ਕਰਕੇ ਬੈਠੇ ਹਾਂ। ਵੱਡੇ ਭਾਗ ਹਨ, ਗੁਰੂ ਸਾਹਿਬ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਸਾਧ ਸੰਗਤ ਜੀ, ਸਮਾਂ ਹੋਇਆ ਹੈ ਅੰਮ੍ਰਿਤ ਵੇਲੇ। ਸਤਿਗੁਰੂ ਸਾਹਿਬ ਜੀ ਨੇ ਜੋ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਉਸ ਹੁਕਮ ਦੇ ਵਿਚਾਰ ਦਾ ਅੱਜ ਦੇ ਇਸ ਪਾਵਨ ਹੁਕਮ ਅੰਦਰ ਸਤਿਗੁਰੂ ਸਾਹਿਬ ਜੀ ਸਾਨੂੰ ਗੁਰਮੁਖ ਅਤੇ ਮਨਮੁਖ ਦੇ ਬਾਬਤ ਵਿਚਾਰ ਦੱਸਦੇ ਹਨ ਕਿ ਗੁਰਮੁਖ ਜਨ ਕੌਣ ਹਨ ਅਤੇ ਮਨਮੁਖ ਕੌਣ ਨੇ। ਸਤਿਗੁਰੂ ਸਾਹਿਬ ਜੀ ਮਨਮੁਖਾਂ ਦੇ ਬਾਬਤ ਕਹਿੰਦੇ ਹਨ ਕਿ ਉਹ ਐਸੇ ਮਨੁੱਖ ਹੁੰਦੇ ਨੇ ਜਿਹੜੇ ਆਪਣੇ ਮਨ ਦੇ ਮਗਰ ਲੱਗ ਕਰਕੇ ਗੁਰੂ ਨੂੰ ਵਿਸਾਰ ਦਿਆ ਕਰਦੇ ਨੇ। ਅਤੇ ਗੁਰਮੁਖ ਦਾ ਸੁਭਾਅ ਹੁੰਦਾ ਹੈ ਸਾਧ ਸੰਗਤ, ਉਹ ਹਮੇਸ਼ਾ ਆਪਣੇ ਗੁਰੂ ਦੇ ਹਰ ਇੱਕ ਵਚਨ ਨੂੰ ਸਨਮੁਖ ਰੱਖ ਕੇ, ਮੁੱਖ ਰੱਖ ਕੇ ਚੱਲਦਾ ਹੈ। ਭਾਵੇਂ ਉਹਦਾ ਉਸ ਦੇ ਵਿੱਚ ਕੋਈ ਵੀ
ਘਾਟਾ ਹੁੰਦਾ ਹੋਵੇ ਪਰ ਆਪਣੇ ਗੁਰੂ ਦੇ ਬਚਨਾਂ ਤੋਂ ਕਦੇ ਵੀ ਖਿਸਕਿਆ ਨਹੀਂ ਕਰਦਾ। ਮਹਾਰਾਜ ਫਰਮਾਉਂਦੇ ਹਨ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਜੇਕਰ ਕੋਈ ਸਿੱਖ ਆਪਣੇ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ, ਭਾਵ ਗੁਰੂ ਸਾਹਿਬ ਜੀ ਦੀ ਅਧੀਨਗੀ ਵਿੱਚ ਰਹਿ ਕਰਕੇ ਚੱਲਦਾ ਹੈ, ਆਪਣੇ ਗੁਰੂ ਨੂੰ ਹਮੇਸ਼ਾ ਮੁੱਖ ਰੱਖ ਕੇ ਚੱਲਦਾ ਹੈ ਅਤੇ ਸਦਾ ਹੀ ਆਪਣੇ ਮਨ ਵਿੱਚ ਆਪਣੇ ਗੁਰੂ ਦੇ ਨਾਮ ਰੂਪੀ ਚਰਨ ਨੂੰ ਵਸਾ ਕੇ ਰੱਖਦਾ ਹੈ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੈ ਕੋਏ। ਅਤੇ ਆਪਾ ਭਾਵ ਨੂੰ, ਹੰਕਾਰ ਨੂੰ ਛੱਡ ਕਰਕੇ ਸਦਾ ਹੀ ਆਪਣੇ ਆਪ ਨੂੰ ਗੁਰੂ ਤੋਂ ਨਿਛਾਵਰ ਰੱਖਦਾ ਹੈ ਅਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਉੱਪਰ ਹੁਕਮ ਚਲਾਉਣ ਦੀ ਆਗਿਆ ਨਹੀਂ ਦਿੰਦਾ। ਐਸਾ ਜੋ ਮਨੁੱਖ ਹੈ ਸਾਧ ਸੰਗਤ ਜੀ, ਉਸ ਨੂੰ ਸਤਿਗੁਰੂ ਸਾਹਿਬ ਜੀ ਨੇ ਗੁਰਮੁਖ ਆਖਿਆ ਹੈ। ਭਾਵੇਂ ਕੋਈ ਵੀ ਸਥਿਤੀ ਆ ਜਾਵੇ, ਕਦੇ ਵੀ ਗੁਰੂ ਤੋਂ ਬੇਮੁਖ ਨਹੀਂ ਹੋਇਆ ਕਰਦੇ। ਭਾਈ ਤਿਲਕੇ ਦੇ ਪਿੰਡ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਜੋ ਗੜ੍ਹ ਸ਼ੰਕਰ ਦੇ ਲਾਗੇ ਸਾਧ ਸੰਗਤ ਜੀ ਇੱਕ ਪਿੰਡ ਵਿੱਚ ਰਹਿੰਦਾ ਹੈ, ਉਸ ਦੇ ਨਗਰ ਦੇ ਵਿੱਚ ਇੱਕ ਫਕੀਰ ਆਇਆ। ਆਣ ਕਰਕੇ ਉਸ ਫਕੀਰ ਨੇ ਪਿੰਡ ਦੇ ਵਿੱਚ ਹੋਕਾ ਦਿੱਤਾ ਹੈ ਕਿ ਜਿਹੜਾ ਮੇਰੇ ਦਰਸ਼ਨਾਂ ਵਾਸਤੇ ਆਵੇਗਾ, ਮੈਂ ਉਸ ਨੂੰ ਇੱਕ ਦਿਨ ਸਵਰਗ ਦੇ ਵਿੱਚ ਰਹਿਣ ਦਾ ਫਲ ਦੇਵਾਂਗਾ। ਇਸ ਹੋਕੇ ਨੂੰ ਸੁਣ ਕਰਕੇ ਨਗਰ ਦੇ ਅੱਧੇ ਮਨੁੱਖ ਉਸ ਫਕੀਰ ਦੇ ਪਾਸ ਚਲੇ ਗਏ ਕਿ ਦਰਸ਼ਨ ਕਰਕੇ ਸਾਨੂੰ ਸਵਰਗਾਂ ਦੇ ਵਿੱਚ ਰਹਿਣ ਦਾ ਇੱਕ ਦਿਨ ਦਾ ਜੋ ਫਲ ਹੈ ਉਹ ਪ੍ਰਾਪਤ ਹੋ ਜਾਵੇਗਾ। ਸਾਧ ਸੰਗਤ ਜੀ, ਉਹ ਫਕੀਰ ਨੇ ਜਿਹੜੇ ਉੱਥੇ ਪਹੁੰਚੇ ਹੋਏ ਲੋਕ ਸਨ, ਉਹਨਾਂ ਨੂੰ ਪੁੱਛਣਾ ਕੀਤਾ ਕਿ ਨਗਰ ਦੇ ਸਾਰੇ ਮਨੁੱਖ ਇੱਥੇ ਆ ਚੁੱਕੇ ਹਨ ਕਿ ਨਹੀਂ। ਮਨੁੱਖਾਂ ਨੇ ਕਹਿਣਾ ਕੀਤਾ, ਨਗਰ ਦੇ ਲੋਕਾਂ ਨੇ ਕਹਿਣਾ ਕੀਤਾ ਕਿ ਨਹੀਂ ਫਕੀਰ ਜੀ, ਹਜੇ ਅੱਧੇ ਲੋਕ ਆਏ ਹਨ, ਅੱਧੇ ਅਜੇ ਪਿੰਡ ਦੇ ਵਿੱਚ ਹੀ ਨੇ। ਉਸ ਨੇ ਕਿਹਾ ਕਿ ਪਿੰਡ ਵਿੱਚ ਜਾਓ, ਫਿਰ ਤੋਂ ਹੋਕਾ ਲਓ ਕਿ ਭਾਈ ਜਿਹੜਾ ਮੇਰੇ ਦਰਸ਼ਨਾਂ ਵਾਸਤੇ ਆਵੇਗਾ, ਮੈਂ ਉਸ ਨੂੰ ਸਵਰਗਾਂ ਦੇ ਵਿੱਚ 1 ਸਾਲ ਰਹਿਣ ਦਾ ਫਲ ਪ੍ਰਾਪਤ ਕਰਾ ਦੇਵਾਂਗਾ। ਅਤੇ ਸਾਧ ਸੰਗਤ ਜੀ, ਜਿਹੜੇ ਮਨੁੱਖ ਨਗਰ ਦੇ ਵਿੱਚ ਰਹਿੰਦੇ ਸਨ, ਉਹ ਵੀ ਸਾਰੇ ਉਹਦੇ ਦਰਸ਼ਨਾਂ ਨੂੰ ਉੱਠ ਕੇ ਦੌੜ ਪਏ, ਭੱਜ ਕਰਕੇ ਛੇਤੀ ਦੇ ਨਾਲ ਅੱਗੋਂ ਵਾਂਢੀ ਹੋ ਕਰਕੇ ਉਹਦੇ ਦਰਸ਼ਨਾਂ ਨੂੰ ਜਾ ਰਹੇ ਹਨ। ਪਰ ਇੱਕ ਸਿੱਖ ਸਤਿਗੁਰੂ ਦਾ ਪਿਆਰਾ ਭਾਈ ਤਿਲਕਾ ਜੀ, ਜਦੋਂ ਉਸਨੇ ਪਹਿਲੀ ਆਵਾਜ਼ ਸੁਣੀ, ਭੱਜ ਕਰਕੇ ਆਪਣੇ ਘਰ ਵੜ ਗਿਆ, ਅੰਦਰ ਵੜ ਗਿਆ। ਅੰਦਰ ਜਾ ਕੇ ਅੰਦਰੋਂ ਕੁੰਡੀ ਲਗਾ ਕੇ ਬੈਠ ਗਿਆ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਲਿਆ ਹੈ। ਆਵਾਜ਼ਾਂ ਬਾਹਰੋਂ ਆਉਂਦੀਆਂ ਹਨ, ਭਾਈ ਆ ਜਾਣਾ ਕਰੋ, 1 ਦਿਨ ਦੇ ਸਵਰਗਾਂ ਦਾ ਫਲ, 2 ਦਿਨ ਦੇ ਸਵਰਗਾਂ ਦਾ ਫਲ, ਸਾਲ ਦੇ ਸਵਰਗਾਂ ਦਾ ਫਲ ਮੈਂ ਤੁਹਾਨੂੰ ਦੇਵਾਂਗਾ। ਪਰ ਭਾਈ ਗੋਂਦਾ ਜੀ ਆਪਣੇ ਗੁਰੂ ਦੇ ਉੱਪਰ ਭਰੋਸਾ ਰੱਖ ਕੇ, ਆਪਣੇ ਗੁਰੂ ਨੂੰ ਸਨਮੁਖ ਰੱਖ ਕੇ ਅੰਦਰ ਬੈਠ ਕਰਕੇ ਇੱਕ ਅਡੋਲ ਸਮਾਧੀ ਵਿੱਚ ਬੈਠਾ ਹੈ। ਉਸ ਫਕੀਰ ਦੀਆਂ ਹਾਕਾਂ ਦੇ ਵੱਲ, ਆਵਾਜ਼ਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਜਦੋਂ ਉਸ ਫਕੀਰ ਨੇ ਪੁੱਛਿਆ, ਭਾਈ ਹੁਣ ਸਾਰੇ ਆ ਗਏ ਹਨ ਕਿ ਨਹੀਂ? ਮਨੁੱਖਾਂ ਨੇ ਆਖਿਆ,
ਨਗਰ ਦੇ ਜਿੰਨੇ ਵੀ ਸਾਰੇ ਲੋਕ ਉੱਥੇ ਪਹੁੰਚੇ ਸਨ, ਉਹਨਾਂ ਨੇ ਆਖਿਆ ਕਿ ਨਹੀਂ ਭਾਈ, ਅਜੇ ਇੱਕ ਸਿੱਖ ਰਹਿੰਦਾ ਹੈ ਜਿਸ ਦਾ ਨਾਮ ਹੈ ਭਾਈ ਤਿਲਕਾ ਜੀ। ਫਿਰ ਉਸ ਦੇ ਹੰਕਾਰ ਨੂੰ ਜਦੋਂ ਸੱਟ ਵੱਜੀ ਤੇ ਉਸ ਨੇ ਲਾਲਚ ਹੋਰ ਵਧਾਇਆ ਹੈ। ਕਹਿੰਦਾ ਜੇਕਰ ਹੁਣ ਮੇਰਾ ਕੋਈ ਦਰਸ਼ਨ ਕਰੇਗਾ ਆਣ ਕਰਕੇ, ਉਸ ਨੂੰ ਹਮੇਸ਼ਾ ਵਾਸਤੇ ਸਵਰਗਾਂ ਦੇ ਵਿੱਚ ਰਹਿਣ ਦਾ ਫਲ ਮਿਲ ਜਾਵੇਗਾ। ਭਾਈ ਗੋਂਦੇ ਨੇ ਫਿਰ ਤੋਂ ਉਸ ਦੀ ਗੱਲ ਉੱਤੇ ਧਿਆਨ ਨਹੀਂ ਦਿੱਤਾ, ਆਪਣੇ ਸਤਿਗੁਰੂ ਸਾਹਿਬ ਜੀ ਦੇ ਚਰਨ ਫੜ ਕੇ ਬੈਠਾ ਹੈ। ਅਖੀਰ ਨੂੰ ਥੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੇ ਸਨਮੁਖ ਉਹ ਫਕੀਰ ਗਿਆ। ਘਰ ਮੂਹਰੇ ਖੜ ਕੇ ਆਵਾਜ਼ ਮਾਰਦਾ ਹੈ, ਭਾਈ ਤਿਲਕਾ ਬਾਹਰ ਨਿਕਲ, ਮੈਨੂੰ ਦਰਸ਼ਨ ਦੇ, ਮੈਂ ਤੇਰੇ ਦਰਸ਼ਨਾਂ ਵਾਸਤੇ ਆਇਆ ਹਾਂ। ਸਾਧ ਸੰਗਤ ਅੱਗੋਂ ਸਿੱਖ ਦੀ ਨਿਮਰਤਾ ਦੇਖੋ। ਭਾਈ ਤਿਲਕਾ ਜੀ ਨੇ ਆਖਿਆ ਕਿ ਮੈਂ ਕੌਣ ਹੁੰਦਾ ਹਾਂ ਦਰਸ਼ਨ ਦੇਣ ਵਾਲਾ, ਮੈਂ ਤਾਂ ਆਪਣੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਧੂੜ ਦੇ ਬਰਾਬਰ ਵੀ ਨਹੀਂ ਹਾਂ। ਜੇਕਰ ਤੂੰ ਦਰਸ਼ਨ ਹੀ ਕਰਨੇ ਹਨ ਤੇ ਮੇਰੇ ਗੁਰੂ ਦੇ ਜਾ ਕੇ ਕਰ ਲਾ। ਫਕੀਰ ਪੁੱਛਣ ਲੱਗਾ, ਭਾਈ ਤੇਰਾ ਗੁਰੂ ਕੌਣ ਹੈ? ਭਾਈ ਤਿਲਕਾ ਜੀ ਕਹਿੰਦਾ ਹੈ ਕਿ ਮੇਰਾ ਗੁਰੂ ਆਨੰਦਪੁਰ ਸਾਹਿਬ ਵਿੱਚ ਰਹਿੰਦਾ ਹੈ, ਭਾਈ ਉੱਥੇ ਚਲਾ ਜਾ। ਸੋ ਸਾਧ ਸੰਗਤ ਜੀ, ਐਸੇ ਸਿੱਖਾਂ ਦੇ ਬਾਬਤ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੈ ਕੋਇ। ਆਪਾ ਭਾਵ ਨੂੰ, ਹੰਕਾਰ ਨੂੰ ਛੱਡ ਕਰਕੇ ਸਦਾ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਹਨ ਅਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਆਪਣਾ ਸਿਰ ਨਹੀਂ ਝੁਕਾਉਂਦੇ। ਜਿਸ ਤਰ੍ਹਾਂ ਵੀ ਗੁਰੂ ਆਖੇ ਉਸ ਨੂੰ ਸੱਤ ਕਰਕੇ ਮੰਨਦੇ ਹਨ। ਕਹੈ ਨਾਨਕ ਸੁਨਹੁ ਸੰਤੋ, ਸੋ ਸਿੱਖ ਸਨਮੁਖ ਹੋਏ। ਜੋ ਐਸਾ ਸਿੱਖ ਹੋਵੇਗਾ, ਮਹਾਰਾਜ ਕਹਿੰਦੇ ਉਹੀ ਸਨਮੁਖ ਹੋਵੇਗਾ ਸਤਿਗੁਰੂ ਸਾਹਿਬ ਜੀ ਦੇ, ਉਸ ਨੂੰ ਹੀ ਗੁਰਮੁਖ ਕਿਹਾ ਜਾਵੇਗਾ। ਇਸ ਤੋਂ ਅਲੱਗਾ ਕਿਸੇ ਹੋਰ ਨੂੰ ਗੁਰਮੁਖ ਨਹੀਂ ਕਿਹਾ ਜਾਂਦਾ। ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੂਸਰੇ ਪੱਖ ਵਿੱਚ ਮਨਮੁਖ ਦੀ ਗੱਲ ਬਾਬਤ ਕਹਿੰਦੇ ਹਨ ਕਿ ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਸਾਧ ਸੰਗਤ, ਜਿਹੜਾ ਮਨੁੱਖ ਆਪਣੇ ਮਨ ਦੇ ਮਗਰ ਲੱਗ ਕੇ ਚੱਲਦਾ ਹੈ, ਆਪਣੇ ਗੁਰੂ ਦੇ ਉੱਪਰ ਭਰੋਸਾ ਨਹੀਂ ਰੱਖਦਾ ਅਤੇ ਬੇਮੁਖ ਹੋ ਕਰਕੇ, ਗੁਰੂ ਤੋਂ ਮੁਖ ਮੋੜ ਕਰਕੇ ਹਮੇਸ਼ਾ ਆਪਣੇ ਮਨ ਦੀ ਮੱਤ ਨੂੰ ਅੱਗੇ ਰੱਖ ਕੇ ਚੱਲਦਾ ਹੈ, ਮਹਾਰਾਜ ਕਹਿੰਦੇ ਉਹ ਕਦੇ ਵੀ ਮੁਕਤੀ ਦੀ ਪ੍ਰਾਪਤ ਨਹੀਂ ਕਰ ਸਕਦਾ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇ ਕੀਆ ਜਾਏ। ਭਾਈ ਸੰਸਾਰ ਦੇ ਵਿੱਚ ਜਿੰਨੇ ਵੀ ਸਿਆਣੇ ਮਨੁੱਖ ਹਨ, ਸਾਧੂ ਮਹਾਤਮਾ ਜਨ ਹਨ, ਉਹਨਾਂ ਨੂੰ ਪੁੱਛ ਕਰਕੇ ਦੇਖ ਲੈਣਾ ਕਰੋ ਕਿ ਉਹ ਕਿਤੇ ਹੋਰ ਜਾ ਕੇ ਵੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਕਿਤੇ ਹੋਰ ਭੱਜ ਲਵੇ, ਕਿਤੇ ਵੀ ਚਲਿਆ ਜਾਵੇ, ਪਰ ਗੁਰੂ ਸਾਹਿਬ ਜੀ ਦੇ ਹਜ਼ੂਰ ਜਿੰਨਾ ਚਿਰ ਤੱਕ ਨਹੀਂ ਆਵੇਗਾ, ਕਦੇ ਵੀ ਮੁਕਤੀ ਦੀ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਅਨੇਕਾਂ ਜੂਨਾਂ ਦੇ ਵਿੱਚ ਭਰਮ ਕੇ ਆਵੇਗਾ। ਇੱਕ ਜਨਮ ਜੇਕਰ ਸਤਿਗੁਰੂ ਸਾਹਿਬ ਜੀ ਤੋਂ ਵਿਛੜ ਗਿਆ ਤੇ ਫਿਰ ਅਨੇਕਾਂ ਜੂਨਾਂ ਦੇ ਵਿੱਚੋਂ ਭਟਕ ਕਰਕੇ ਫਿਰ ਜੇਕਰ ਵਾਪਸ ਆ ਜਾਵੇ, ਫਿਰ ਵੀ ਜਿੰਨਾ ਚਿਰ ਤੱਕ ਉਹ ਗੁਰੂ ਧਾਰਨ ਨਹੀਂ ਕਰਦਾ, ਆਪਣੇ ਗੁਰੂ ਦਾ ਲੜ ਨਹੀਂ ਫੜਦਾ, ਉਨੇ ਚਿਰ ਤੱਕ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕਦੇ ਵੀ ਮੁਕਤ ਨਹੀਂ ਪ੍ਰਾਪਤ ਕਰ ਸਕਦਾ। ਸਾਧ ਸੰਗਤ ਜੀ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਜੇਕਰ ਮੁਕਤੀ ਚਾਹੁੰਦਾ ਹੈ ਕਿ ਮੈਂ ਇਸ ਭਵਜਲ ਸੰਸਾਰ ਤੋਂ ਤਰ ਜਾਵਾਂ, ਉਸ ਨੂੰ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ ਹੀ ਪਵੇਗਾ, ਉਸ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਮੰਨਣਾ ਹੀ ਪਵੇਗਾ।
ਸਤਿਗੁਰੂ ਸਾਹਿਬ ਜੀ ਦੇ ਚਰਨ ਫੜਨੇ ਹੀ ਪੈਣਗੇ, ਫਿਰ ਹੀ ਉਹ ਮਨੁੱਖ ਜਿਹੜਾ ਹੈ ਇਸ ਭਵਜਲ ਸੰਸਾਰ ਤੋਂ ਤਰ ਸਕਦਾ ਹੈ। ਸਾਧ ਸੰਗਤ ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਕਹਿੰਦੇ ਭਾਵੇਂ ਜਿੰਨੀ ਮਰਜ਼ੀ ਵਿਚਾਰ ਕਰਕੇ ਦੇਖ ਲੈਣਾ ਕਰੋ, ਜਿੰਨੀਆਂ ਮਰਜ਼ੀ ਅਨੁਮਾਨ ਲਾ ਲਵੋ ਕਿ ਭਾਈ ਇਹ ਫਲਾਣੀ ਜਗ੍ਹਾ 'ਤੇ ਜਾ ਕਰਕੇ, ਫਲਾਣੇ ਗੁਰੂ ਤੋਂ ਜਾ ਕਰਕੇ ਮੁਕਤੀ ਪ੍ਰਾਪਤ ਕਰ ਲਏਗਾ। ਮਹਾਰਾਜ ਕਹਿੰਦੇ ਐਸੀ ਕੋਈ ਵੀ ਜਗ੍ਹਾ ਨਹੀਂ ਹੈ, ਭਾਵੇਂ ਕਿਤੇ ਵੀ ਵਿਚਾਰ ਕਰਕੇ ਦੇਖ ਲਓ, ਐਸੀ ਕੋਈ ਵੀ ਥਾਂ ਨਹੀਂ ਹੈ ਜਿੱਥੇ ਗੁਰੂ ਤੋਂ ਬਿਨਾਂ ਕੋਈ ਮਨੁੱਖ ਇਸ ਸੰਸਾਰ ਤੋਂ ਤਰਿਆ ਹੋਵੇ। ਕਿਉਂਕਿ ਮਹਾਰਾਜ ਕਹਿੰਦੇ ਹਨ, ਨਗੁਰੇ ਕਾ ਹੈ ਨਾਉ ਬੁਰਾ। ਸਾਧ ਸੰਗਤ ਜਿਹੜਾ ਮਨੁੱਖ ਗੁਰੂ ਵਾਲਾ ਨਹੀਂ ਹੈ, ਉਹਦਾ ਨਾਮ ਲੈਣਾ ਵੀ ਮਾੜਾ ਹੈ। ਜਿੱਥੇ ਨਗੁਰਾ ਮਨੁੱਖ ਬੈਠ ਜਾਵੇ ਸਾਧ ਸੰਗਤ, ਉਹ ਧਰਤੀ ਭ੍ਰਸ਼ਟ ਹੋ ਜਾਇਆ ਕਰਦੀ ਹੈ। ਕੋਈ ਸਾਧੂ ਮਹਾਤਮਾ ਜੇਕਰ ਉਸ ਜਗ੍ਹਾ ਦੇ ਲਾਗੋਂ ਦੀ ਵੀ ਲੰਘ ਜਾਵੇ ਤੇ ਮਹਾਰਾਜ ਕਹਿੰਦੇ ਹਨ, ਉਹ ਸਾਧੂ ਮਹਾਤਮਾ ਕਦੇ ਵੀ ਉਸ ਜਗ੍ਹਾ 'ਤੇ ਉੱਤੇ ਆਪਣਾ ਚਰਨ ਨਹੀਂ ਰੱਖੇਗਾ ਜਿੱਥੇ ਇੱਕ ਮਨਮੁਖ ਬੈਠਾ ਹੋਵੇ। ਕਿਉਂਕਿ ਉਸ ਮਨੁੱਖ ਦਾ ਤਾਂ ਨਾਮ ਲੈਣਾ ਹੀ ਮਾੜਾ ਹੈ, ਜਿਹਨੇ ਕਦੇ ਗੁਰੂ ਨੂੰ ਧਾਰਨ ਹੀ ਨਹੀਂ ਕੀਤਾ। ਸਾਧ ਸੰਗਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਜੀਵਨੀ ਦੇ ਵਿੱਚ ਪੜ੍ਹੀਏ ਤਾਂ ਉਹਨਾਂ ਨੇ ਇੱਕ ਸੁਲੇਮਾਨ ਨਾਮੀ ਦੈਤ ਦੇ ਨਾਲ ਗੱਲ ਕੀਤੀ। ਉਸ ਨੂੰ ਪੁੱਛਣਾ ਕੀਤਾ ਕਿ ਭਾਈ ਤੈਨੂੰ ਇਹ ਜੂਨੀ ਪ੍ਰਾਪਤ ਕਿਉਂ ਹੋਈ ਹੈ। ਉਹ ਸਾਧ ਸੰਗਤ ਜੀ ਆਪਣੀ ਜੀਵਨੀ, ਆਪਣੀ ਵਾਰਤਾਲਾਪ ਮਹਾਂਪੁਰਖਾਂ ਨਾਲ ਕਰਦਾ ਹੈ ਅਤੇ ਦੱਸਦਾ ਹੈ ਕਿ ਮੈਂ ਜਦੋਂ ਅੱਜ ਤੋਂ 1000 ਸਾਲ ਪਹਿਲਾਂ ਮੌਲਵੀ ਸੀਗਾ, ਮੈਨੂੰ ਬੜਾ ਗਿਆਨ ਸੀ, ਮੈਂ ਬਹੁਤ ਗ੍ਰੰਥ ਪੜ੍ਹੇ ਸਨ, ਪਰ ਮੈਂ ਕਦੇ ਵੀ ਕੋਈ ਮੁਰਸ਼ਦ ਧਾਰਨ ਨਹੀਂ ਕੀਤਾ। ਜਦੋਂ ਮੇਰਾ ਅੰਤਲਾ ਸਮਾਂ ਆਇਆ ਅਤੇ ਮੈਂ ਇਜ਼ਰਾਈਲ ਫਰਿਸ਼ਤੇ ਦੀ ਦਰਗਾਹ ਦੇ ਵਿੱਚ ਗਿਆ। ਉੱਥੇ ਮੇਰਾ ਫੈਸਲਾ ਹੋਇਆ ਕਿ ਭਾਈ ਇਹ ਤਾਂ ਠੀਕ ਹੈ, ਇਸ ਨੇ ਬਹੁਤ ਜਪ ਤਪ ਕੀਤਾ ਹੈ, ਬਹੁਤ ਗ੍ਰੰਥ ਪੜ੍ਹੇ ਹਨ, ਬਹੁਤ ਗਿਆਤਾ ਹੈ ਗ੍ਰੰਥਾਂ ਦਾ, ਪਰ ਇਹ ਨਗੁਰਾ ਹੈ। ਇਹਨੇ ਕੋਈ ਗੁਰੂ ਧਾਰਨ ਨਹੀਂ ਕੀਤਾ, ਕੋਈ ਮੁਰਸ਼ਦ ਧਾਰਨ ਨਹੀਂ ਕੀਤਾ। ਇਸ ਕਰਕੇ ਇਸ ਨੂੰ 1000 ਸਾਲ ਜਿਹੜਾ ਹੈ ਉਹ ਪ੍ਰੇਤ ਜੂਨੀ ਦੇ ਵਿੱਚ ਲੰਘਾਉਣਾ ਪਵੇਗਾ। ਉਹ ਕਹਿਣ ਲੱਗਾ ਕਿ ਫਿਰ ਮੈਂ ਪੁੱਛਿਆ ਕਿ ਭਾਈ ਮੇਰੀ ਮੁਕਤੀ ਕਦੋਂ ਹੋਵੇਗੀ। ਕਹਿਣ ਲੱਗੇ ਵੀ ਤੇਰੇ 10 ਜਨਮ ਹੋਣਗੇ, ਮਰ ਕਰਕੇ ਤੂੰ ਪ੍ਰੇਤ ਬਣਿਆ ਕਰੇਗਾ। ਜਦੋਂ 10ਵੇਂ ਜਾਮੇ ਤੋਂ ਬਾਅਦ ਇਸ ਧਰਤੀ ਦੇ ਉੱਪਰ ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਆਉਣਗੇ, ਉਹਨਾਂ ਦੀ ਸੰਗਤ ਜਦੋਂ ਤੂੰ ਕਰੇਗਾ ਤੇ ਫਿਰ ਉਹ ਤੇਰਾ ਉਧਾਰ ਕਰਨਗੇ। ਸੋ ਸਾਧ ਸੰਗਤ ਜੀ ਉਹ ਕਹਿੰਦੇ, ਉਹਨੇ ਦੱਸਿਆ ਕਿ ਹੁਣ ਮੈਂ 1000 ਸਾਲ ਪੂਰਾ ਕਰਕੇ ਆ ਗਿਆ ਹਾਂ ਅਤੇ ਹੁਣ ਮਹਾਂਪੁਰਖਾਂ ਦੀ ਜਦੋਂ ਸ਼ਰਨ ਵਿੱਚ ਆਇਆ ਹਾਂ, ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ। ਹੁਣ ਅਗਲਾ ਜਨਮ ਮੈਨੂੰ ਜਿਹੜਾ ਹੈ ਉਹ ਗੁਰਸਿੱਖਾਂ ਦੇ ਘਰੇ ਮਿਲੇਗਾ ਅਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਬਣ ਕੇ ਆਵਾਂਗਾ। ਜਦੋਂ ਸਿੱਖ ਬਣ ਕੇ ਆਵਾਂਗਾ ਫਿਰ ਮੈਂ ਉਸ ਜਨਮ ਦੇ ਵਿੱਚ ਭਗਤੀ ਕਰਾਂਗਾ ਅਤੇ ਮੇਰੀ ਮੁਕਤੀ ਹੋ ਜਾਵੇਗੀ। ਐਸੇ ਹਨ ਨਗੂਰੇ ਪੁਰਖ। ਸਾਧ ਸੰਗਤ ਜੀ ਆਪਾਂ ਵੀ ਸੋਚਦੇ ਹਾਂ ਕਿ ਭਾਈ ਚਲੋ ਅਜੇ ਉਮਰ ਪਈ ਹੈ, ਕੋਈ ਨਹੀਂ, ਥੋੜ੍ਹਾ ਰੁਕ ਕੇ ਗੁਰੂ ਵਾਲੇ ਬਣ ਜਾਵਾਂਗੇ, ਥੋੜ੍ਹਾ ਰੁਕ ਕੇ ਹੋਰ ਥੋੜ੍ਹਾ ਸਮਾਂ ਲੰਘ ਜਾਵੇ, ਅੰਮ੍ਰਿਤ ਛਕ ਲਵਾਂਗੇ। ਪਰ ਨਹੀਂ, ਜੇ ਮਹਾਰਾਜ ਨੂੰ ਪੁੱਛੀਏ ਤਾਂ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਇਹ ਨਾ ਸੋਚੋ ਕਿ ਅਸੀਂ ਭਾਈ ਅਜੇ ਹੋਰ ਲੰਮਾ ਸਮਾਂ ਜੀਣਾ ਹੈ। ਨਹੀਂ, ਮਹਾਰਾਜ ਕਹਿੰਦੇ ਇੱਕ ਸਵਾਸ ਦਾ ਵੀ ਨਹੀਂ ਪਤਾ।
ਪਤਾ ਨਹੀਂ ਹੋਣ ਵਾਲਾ ਸਵਾਸ ਆਇਆ ਹੈ, ਅਗਲਾ ਆਉਣਾ ਹੈ ਕਿ ਨਹੀਂ ਆਉਣਾ। ਇਸ ਕਰਕੇ ਜੇ ਹੁਣੇ ਹੀ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਭਾਈ ਗੁਰੂ ਵਾਲੇ ਬਣਨਾ ਹੈ, ਤਾਂ ਹੁਣੇ ਹੀ ਬਣ ਜਾਣਾ ਕਰੀਏ। ਉਸੇ ਟਾਈਮ ਯਤਨ ਕਰਨਾ ਸ਼ੁਰੂ ਕਰੀਏ, ਉਸੇ ਟਾਈਮ ਗੁਰਸਿੱਖਾਂ ਨੂੰ ਪੁੱਛਣਾ ਕਰੀਏ ਕਿ ਭਾਈ ਮੈਂ ਗੁਰੂ ਵਾਲਾ ਕਿਸ ਤਰ੍ਹਾਂ ਬਣ ਸਕਦਾ ਹਾਂ, ਮੈਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਿਸ ਤਰ੍ਹਾਂ ਕਰ ਸਕਦਾ ਹਾਂ। ਸੋ ਸਾਧ ਸੰਗਤ ਜੀ, ਨਗੁਰੇ ਦੀ ਨਿਸ਼ਾਨੀ ਮਹਾਰਾਜ ਜੀ ਦੱਸਦੇ ਹਨ, ਕਾਲਰ ਬੀਜੇ ਦੁਰਮਤ ਐਸੀ ਨਗੁਰੇ ਕੀ ਨਿਸ਼ਾਨੀ, ਸਤਿਗੁਰ ਬਾਜੋ ਘੋਰ ਅੰਧਾਰ ਡੋਬ ਮੋਏ ਬਿਨ ਪਾਨੀ। ਮਹਾਰਾਜ ਕਹਿੰਦੇ ਸੰਸਾਰ ਦੀ ਐਸੀ ਹਾਲਤ ਹੈ ਕਿ ਬਿਨਾਂ ਪਾਣੀ ਤੋਂ ਹੀ ਡੁੱਬਦਾ ਜਾ ਰਿਹਾ ਹੈ। ਇੱਕ ਮਨੁੱਖ ਹੁੰਦਾ ਹੈ ਵੀ ਪਾਣੀ ਵਿੱਚ ਡੁੱਬ ਗਿਆ, ਗੱਲ ਸਮਝ ਵਿੱਚ ਆਉਂਦੀ ਹੈ, ਪਰ ਸਾਧ ਸੰਗਤ ਜਿਹੜਾ ਮਨੁੱਖ ਬਿਨਾਂ ਪਾਣੀ ਤੋਂ ਹੀ ਡੁੱਬ ਜਾਵੇ, ਉਸ ਦੇ ਬਾਬਤ ਆਪਾਂ ਕਿਵੇਂ ਕਹਿਣਾ ਕਰਾਂਗੇ। ਸਾਧ ਸੰਗਤ ਜੀ, 10 ਮਨੁੱਖ ਸਨ, ਦਿਮਾਗ ਤੋਂ ਥੋੜ੍ਹੇ ਕੁ ਮਸਤਾਨੇ ਸਨ, ਅਤੇ ਕਹਿੰਦੇ ਵੀ ਉਹ ਧਰਮ ਯਾਤਰਾ ਵਾਸਤੇ ਘਰੋਂ ਤੁਰੇ। ਜਦੋਂ ਉਹ ਯਾਤਰਾ ਕਰਨ ਜਾ ਰਹੇ ਸਨ, ਰਸਤੇ ਦੇ ਵਿੱਚ ਇੱਕ ਬਰਸਾਤੀ ਨਦੀ ਆਉਂਦੀ ਸੀ। ਭਾਵ ਜਿਹੜੀ ਨਦੀ ਸਿਰਫ ਬਰਸਾਤਾਂ ਦੇ ਟਾਈਮ 'ਤੇ ਹੀ ਚੱਲਦੀ, ਅੱਗੋਂ ਪਿੱਛੋਂ ਸੁੱਕੀ ਰਹਿੰਦੀ ਹੈ। ਬਰਸਾਤੀ ਨਦੀ ਆਉਂਦੀ ਹੈ, ਉਹ 10 ਜਾਣੇ ਉਹਦੇ ਕੰਢੇ 'ਤੇ ਖੜ੍ਹ ਕੇ ਸਾਧ ਸੰਗਤ ਵਿਚਾਰ ਕਰਦੇ ਹਨ ਕਿ ਨਦੀ ਪਾਰ ਕਰਨੀ ਹੈ ਤੇ ਕਿਸ ਤਰ੍ਹਾਂ ਕਰੀਏ। ਇੱਕ ਨੇ ਕਿਹਾ ਭਾਈ ਕੱਪੜੇ ਲਾ ਕੇ ਆਪਣੇ ਸਿਰ 'ਤੇ ਟੰਗ ਲਓ ਅਤੇ ਤੈਰ ਕੇ ਇਸ ਨਦੀ ਵਿੱਚੋਂ ਲੰਘ ਜਾਂਦੇ ਹਾਂ। ਪਾਣੀ ਹੈ ਨਹੀਂ, ਪਰ ਇੱਕ ਮਹਾਰਾਜ ਕਹਿੰਦੇ ਹਨ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ। ਨਗੁਰੇ ਨੂੰ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਤਰਨਾ ਹੈ। ਉਹਨਾਂ ਸਾਰਿਆਂ ਨੇ ਕੱਪੜੇ ਲਾਏ, ਸਿਰ 'ਤੇ ਟੰਗ ਲਏ ਹਨ, ਅਤੇ ਨਦੀ ਦੇ ਵਿੱਚ ਸਾਧ ਸੰਗਤ ਜੀ ਲੱਤਾਂ ਬਾਹਾਂ ਮਾਰੀ ਜਾਂਦੇ ਹਨ, ਰੇਤਾ ਦੇ ਉੱਤੇ ਰਗੜ ਰਗੜ ਕੇ ਪਰਲੇ ਪਾਸੇ ਲੰਘੇ। ਪਰਲੇ ਪਾਸੇ ਲੰਘ ਕਰਕੇ ਜਦੋਂ ਦੇਖਿਆ ਹੈ, ਕਹਿੰਦੇ ਵੀ ਹੁਣ ਵੇਖੋ ਭਾਈ ਅਸੀਂ ਪੂਰੇ ਹਾਂ। ਉਹ ਕਹਿੰਦੇ ਵੀ ਜਦੋਂ ਗਿਣਨਾ ਸ਼ੁਰੂ ਕੀਤਾ, 1 2 3 4 5 6 7 8 9 'ਤੇ ਜਾ ਕੇ ਰੁਕ ਜਾਂਦੇ ਹਨ। ਜਿਹੜਾ ਬੰਦਾ ਗਿਣਦਾ ਹੈ ਉਹ ਆਪਣੇ ਆਪ ਨੂੰ ਗਿਣਦਾ ਹੀ ਨਹੀਂ ਪਿਆ। ਰੋਣ ਲੱਗ ਗਏ, ਉੱਚੀ ਉੱਚੀ ਬੈਠੇ ਹਨ। ਦੂਰ ਖੜਾ ਇੱਕ ਗੁਰਸਿੱਖ ਗੁਰਮੁਖ ਪਿਆਰਾ ਉਹਨਾਂ ਨੂੰ ਦੇਖ ਰਿਹਾ ਹੈ। ਪਾਸ ਆਇਆ, ਪੁੱਛਣ ਲੱਗਾ ਕੀ ਗੱਲ ਹੋਈ ਹੈ। ਕਹਿਣ ਲੱਗੇ ਭਾਈ ਸਾਡਾ ਇੱਕ ਬੰਦਾ ਰੁੜ ਗਿਆ ਹੈ। ਕਹਿਣ ਲੱਗਾ ਕਿੱਥੇ ਰੁੜ ਗਿਆ? ਇਸ ਨਦੀ ਵਿੱਚ। ਸਮਝ ਗਿਆ ਕਿ ਇਹ ਜਿਹੜੇ ਹਨ ਦਿਮਾਗੋਂ ਥੋੜ੍ਹੀ ਹਾਲਤ ਇਹਨਾਂ ਦੀ ਮਾੜੀ ਹੈ, ਸਮਝਦਾਰ ਨਹੀਂ ਹਨ। ਕਹਿਣ ਲੱਗਾ ਠੀਕ ਹੈ ਭਾਈ, ਹੁਣ ਦੱਸੋ ਕੀ ਕਰੀਏ। ਕਹਿਣ ਲੱਗੇ ਭਾਈ ਸਾਡਾ ਬੰਦਾ ਪੂਰਾ ਕਰ ਦੇ। ਕਹਿਣ ਲੱਗਾ ਠੀਕ ਹੈ, 5-5 ਰੁਪਈਏ ਦਿਓ। 5-5 ਰੁਪਈਏ ਸਾਰਿਆਂ ਨੇ ਦਿੱਤੇ ਹਨ। ਪੈਸੇ ਉਸਨੇ ਬੋਝੇ ਵਿੱਚ ਪਾਏ। ਕਹਿਣ ਲੱਗਾ ਵੀ ਹੁਣ ਮੈਂ ਇੱਕ ਨੂੰ ਮੁੱਕੀ ਮਾਰਾਂਗਾ, ਜਿਹਨੂੰ ਮੁੱਕੀ ਮਾਰਾਂਗਾ। ਭਾਈ ਉਹ 1 2 3 4 ਪਹਿਲੇ ਨੂੰ ਮੁੱਕੀ ਮਾਰੀ। ਕਹਿਣ ਲੱਗਾ 1, ਦੂਜੇ ਨੂੰ ਮਾਰੀ 2, ਤੀਜੇ ਨੂੰ 3 4 5 6। ਉਹਨੇ 10 ਪੂਰੇ ਕਰ ਦਿੱਤੇ। ਬੜੇ ਖੁਸ਼ ਹੋਏ। ਉਹਦੇ ਚਰਨਾਂ ਦੇ ਉੱਤੇ ਲੇਟ ਕੇ ਉਹਨੂੰ ਨਮਸਕਾਰ ਕਰ ਰਹੇ ਨੇ। ਕਹਿਣ ਲੱਗੇ ਭਾਈ ਅਸੀਂ ਤਾਂ ਇੱਕ ਡੋਬ ਲਿਆ ਸੀ, ਤੂੰ ਪੂਰੇ ਕਰ ਦਿੱਤੇ ਨੇ, ਤੇਰਾ ਧੰਨਵਾਦ ਹੈ। ਮਹਾਰਾਜ ਕਹਿੰਦੇ ਐਸੀ ਨਗੁਰੇ ਪੁਰਖ ਦੀ ਇੱਕ ਨਿਸ਼ਾਨੀ ਹੈ, ਕਾਲਰ ਬੀਜੇ ਦੁਰਮਤ ਐਸੀ। ਕੱਲਰ ਦੇ ਵਿੱਚ ਬੀਜ ਪਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਇੱਥੇ ਮੈਨੂੰ ਹੁਣ ਕਣਕ ਮਿਲ ਜਾਵੇ, ਇੱਥੇ ਮੈਨੂੰ ਹੁਣ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਵੇ। ਮਹਾਰਾਜ ਕਹਿੰਦੇ ਨਹੀਂ ਮਿਲਣਗੀਆਂ। ਭਾਵ ਕਹਿਣ ਤੋਂ ਕੀ ਹੈ, ਸੰਸਾਰ ਦੇ ਵਿੱਚ ਰਹਿ ਕਰਕੇ ਸੰਸਾਰ ਦੇ ਵਿੱਚੋਂ ਹੀ ਭਾਲ ਰਿਹਾ ਕਿ ਮੈਂ ਤਰ ਜਾਵਾਂ, ਨਹੀਂ ਤਰਿਆ ਜਾਵੇਗਾ। ਸਾਧ ਸੰਗਤ ਜੀ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਗੁਰੂ ਵਾਲਾ ਹੋਣਾ ਬੜੀ ਜ਼ਰੂਰੀ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਮਹਾਰਾਜ ਜਿਸ ਤਰ੍ਹਾਂ ਵਿਚਾਰ ਆਪ ਸੰਗਤਾਂ ਦੇ ਸਨਮੁਖ ਰੱਖਦੇ ਹਨ,
ਕੁਝ ਸਮੇਂ ਵਾਸਤੇ ਮਨ ਚਿੱਤ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਦੇ ਅਰਥ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਅੰਦਰ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਮਹਾਰਾਜ ਫਰਮਾਉਂਦੇ ਹਨ, ਭਾਈ ਉਹੀ ਸਿੱਖ ਹੈ, ਅਸਲੀ ਸਿੱਖ ਉਹੀ ਹੈ। ਅਸਲੀ ਸਖਾ ਭਾਵ ਮਿੱਤਰ ਉਹੀ ਹੈ। ਅਸਲੀ ਬੰਦਪ ਜਿਹੜੇ ਰਿਸ਼ਤੇਦਾਰ ਉਹੀ ਹਨ ਜੋ ਗੁਰੂ ਦੇ ਭਾਣੇ ਵਿੱਚ ਚੱਲਦੇ ਹਨ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਅਤੇ ਜੋ ਆਪਣੇ ਗੁਰੂ ਤੋਂ ਬੇਮੁਖ ਹੋ ਕਰਕੇ ਚੱਲਦੇ ਹਨ ਉਹ ਹਮੇਸ਼ਾ ਇਸ ਸੰਸਾਰ ਦੇ ਵਿੱਚ ਅਤੇ ਸੰਸਾਰ ਤੋਂ ਜਾਣ ਤੋਂ ਬਾਅਦ ਪਰਲੋਕ ਵਿੱਚ ਵੀ ਚੋਟਾ ਖਾਂਦੇ ਹਨ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛਤਾਵੈ। ਬਿਨਾਂ ਸਤਿਗੁਰੂ ਤੋਂ, ਸੱਚੇ ਗੁਰੂ ਤੋਂ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਆ ਸਕਦਾ। ਭਾਵੇਂ ਉਹ ਜੂਨਾਂ ਦੇ ਵਿੱਚ ਭਟਕ ਕਰਕੇ ਫਿਰ ਮਨੁੱਖਾ ਜਨਮ ਧਾਰ ਲਵੇ, ਜਿੰਨਾ ਚਿਰ ਉਹ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਚਿਰ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਹ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਹਰਿ ਕੇ ਦਾਸ ਸੁਹੇਲੇ ਭਾਈ, ਹਰੀ ਪਰਮੇਸ਼ਰ ਵਾਹਿਗੁਰੂ ਜੀ ਜੋ ਭਗਤ ਹਨ, ਜੋ ਦਾਸ ਹਨ, ਮਹਾਂਪੁਰਖ ਹਨ, ਉਹ ਸਦਾ ਹੀ ਸੁਹੇਲੇ ਸੁਖੀ ਹਨ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦੇ ਜਨਮਾਂ ਦੇ ਜੋ ਕਿਲ ਬਿਖ ਪਾਪ ਸਨ ਉਹ ਕੱਟ ਕਰਕੇ ਆਪਣੇ ਨਾਲ ਉਹਨਾਂ ਨੂੰ ਮਿਲਾ ਲਿਆ ਹੈ। ਰਹਾਉ। ਵਿਸ਼ਰਾਮ ਦੇ ਕਰਕੇ ਅੱਗੇ ਫਰਮਾਉਂਦੇ ਹਨ, ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ। ਮਹਾਰਾਜ ਕਹਿੰਦੇ ਹਨ ਜੋ ਭਾਈ ਇਹ ਕੁਟੰਬ, ਇਹ ਪਰਿਵਾਰ ਤੂੰ ਦੇਖ ਰਿਹਾ ਹੈ, ਇਹ ਸਾਰੇ ਇਸ ਜੀਵ ਨੂੰ ਬੰਧਨ ਪਏ ਹਨ। ਭਾਵ ਇਹ ਸਾਰੇ ਹੀ ਇਸ ਤਰ੍ਹਾਂ ਸਮਝ ਲੈਣਾ ਕਰੋ ਕਿ ਇੱਕ ਦੂਜੇ ਦੇ ਨਾਲ ਆਪਾਂ ਜੁੜੇ ਤਾਂ ਹਾਂ ਪਰ ਇੱਕ ਬੰਧਨ ਰੂਪ ਜੁੜੇ ਹਾਂ। ਭਰਮ ਭੁਲਾਸ ਹੈ ਸਾਰਾ। ਇਸ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਹੈ ਸਦਾ ਹੀ ਭੁੱਲਿਆ ਰਹਿੰਦਾ ਹੈ, ਆਪਣੇ ਕੁਟੰਬ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਬਿਨ ਗੁਰ ਬੰਧਨ ਟੂਟਹਿ ਨਾਹੀ, ਗੁਰਮੁਖ ਮੋਖ ਦੁਆਰਾ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਬਿਨਾਂ ਸੱਚੇ ਗੁਰੂ ਤੋਂ ਇਹ ਜੋ ਬੰਧਨ ਸਾਨੂੰ ਪਏ ਹਨ ਇਹ ਕਦੇ ਵੀ ਟੁੱਟਿਆ ਨਹੀਂ ਕਰਦੇ। ਗੁਰਮੁਖ ਮੋਖ ਦੁਆਰਾ। ਅਤੇ ਜਿਸ ਉੱਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਜਿਸ ਨੇ ਗੁਰੂ ਵੱਲ ਮੁਖ ਕਰ ਲਿਆ, ਉਸ ਨੂੰ ਸਤਿਗੁਰੂ ਸਾਹਿਬ ਜੀ ਨੇ ਇਸ ਬੰਧਨਾਂ ਤੋਂ ਛੁਡਾ ਕਰਕੇ ਮੋਖ ਮੁਕਤੀ ਦਾ ਦੁਆਰਾ ਪ੍ਰਾਪਤ ਕਰਵਾਇਆ ਹੈ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ, ਮਰ ਜਨਮ ਹੈ ਵਾਰੋ ਵਾਰਾ। ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ ਉਹ ਕਰਮ ਕਰਦਾ ਰਹਿੰਦਾ ਹੈ, ਸੰਸਾਰੀ ਧੰਦਿਆਂ ਵਿੱਚ ਉਲਝਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਮਹਾਰਾਜ ਦੇ ਹੁਕਮ ਨੂੰ ਨਹੀਂ ਪਛਾਣਦਾ। ਇਸ ਕਰਕੇ ਉਹਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ, ਵਾਰੋ ਵਾਰ ਉਹ ਸੰਸਾਰ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਇ ਨਾ ਕਿਸ ਹੀ ਕੇਰਾ। ਹਉਮੈ ਵਿੱਚ ਆ ਕਰਕੇ, ਹੰਕਾਰ ਵਿੱਚ ਆ ਕੇ ਇਸ ਜੱਗ ਦੇ ਵਿੱਚ ਖਪਿਆ ਹੋਇਆ ਹੈ ਇਹ ਮਨੁੱਖ। ਮਹਾਰਾਜ ਕਹਿੰਦੇ ਭਾਈ ਕੋਇ ਨਾ ਕਿਸ ਹੀ ਕੇਰਾ, ਪਰ ਇਸ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਦਾ ਨਹੀਂ ਹੈ। ਬੰਦਾ ਇਕੱਲਾ ਆਇਆ ਹੈ, ਇਕੱਲਾ ਹੀ ਜਾਣਾ ਪਵੇਗਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਜਿਹੜੇ ਗੁਰਮੁਖ ਹਨ ਆਪਣੇ ਗੁਰੂ ਨੂੰ ਮੁੱਖ ਰੱਖਦੇ ਹਨ, ਅਖੀਰ ਨੂੰ ਜਦੋਂ ਇਸ ਸੰਸਾਰ ਤੋਂ ਜਾਂਦੇ ਨੇ ਆਪਣੇ ਗੁਰੂ ਦੇ ਘਰ ਮਹਿਲ ਨੂੰ ਪ੍ਰਾਪਤ ਕਰ ਲੈਂਦੇ ਹਨ। ਨਿਜ ਘਰ
ਹੋਏ ਬਸੇਰਾ, ਅਤੇ ਆਪਣੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਉਹਨਾਂ ਦਾ ਬਸੇਰਾ ਵਾਸਾ ਹੋ ਜਾਂਦਾ ਹੈ। ਐਠੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਜੋ ਮਨੁੱਖ ਇਸ ਸੰਸਾਰ ਦੇ ਵਿੱਚ ਰਹਿ ਕਰਕੇ ਇਸ ਗੱਲ ਨੂੰ ਜਾਣ ਗਿਆ ਕਿ ਮੈਂ ਗੁਰੂ ਤੋਂ ਬਿਨਾਂ ਕੁਝ ਨਹੀਂ, ਤੇ ਆਪੇ ਭਾਵ ਨੂੰ ਆਪਣੇ ਆਪ ਨੂੰ ਪਛਾਣ ਲਿਆ ਕਿ ਮੈਂ ਇਸ ਸੰਸਾਰ ਵਿੱਚ ਕੀ ਕਰਨ ਆਇਆ ਹਾਂ। ਮਹਾਰਾਜ ਕਹਿੰਦੇ ਫਿਰ ਹਰ ਪ੍ਰਭ ਹੈ ਤਿਸ ਘੇਰਾ, ਫਿਰ ਉਸ ਮਨੁੱਖ ਦਾ ਪ੍ਰਭੂ ਆਪ ਬਣ ਜਾਂਦਾ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾ ਕਿਆ ਪਾਈਐ। ਮਹਾਰਾਜ ਫਰਮਾਉਂਦੇ ਹਨ ਸਤਿਗੁਰੂ ਜੀ ਦਿਆਲੂ ਹਨ, ਕਿਰਪਾਲੂ ਹਨ। ਜੇਕਰ ਉਹਨਾਂ ਦੀ ਕੋਈ ਸ਼ਰਨ ਵਿੱਚ ਆ ਜਾਵੇ, ਮਹਾਰਾਜ ਉਹਨੂੰ ਕੰਠ ਨਾਲ ਲਾ ਲੈਂਦੇ ਹਨ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹਰ ਬਿਰਧ ਸੁਆਮੀ ਸੰਦਾ। ਮਹਾਰਾਜ ਕਹਿੰਦੇ ਉਹ ਤਾਂ ਪਰਮੇਸ਼ਰ ਦਿਆਲੂ ਹੈ, ਕਿਰਪਾਲੂ ਹੈ। ਜੇਕਰ ਉਹਦੀ ਸ਼ਰਨ ਦੇ ਵਿੱਚ ਕੋਈ ਆ ਜਾਵੇ, ਉਸ ਨੂੰ ਕੰਠ ਨਾਲ ਲਾਉਂਦਾ ਹੈ। ਭਾਈ ਬਿਨ ਭਾਗਾ ਕਿਆ ਪਾਈਐ, ਪਰ ਬਿਨਾਂ ਭਾਗਾਂ ਤੋਂ ਸੱਚੇ ਗੁਰੂ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤੇਹਾ ਫਲ ਪਾਈਐ। ਮਹਾਰਾਜ ਫਰਮਾਉਂਦੇ ਹਨ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੀ ਐਸੇ ਹਨ ਜੋ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਹਨ। ਮਨੁੱਖਾਂ ਦੀ ਜੋ ਦ੍ਰਿਸ਼ਟੀ ਹੈ ਉਹ ਮਹਾਰਾਜ ਕਹਿੰਦੇ ਦੁਬਦਾ ਦੇ ਵਿੱਚ ਪਈ ਹੈ। ਉਹ ਹਮੇਸ਼ਾ ਦੁਚਿੱਤੀ ਦੇ ਵਿੱਚ ਰਹਿੰਦੇ ਹਨ, ਹਰ ਇੱਕ ਮਨੁੱਖ ਨੂੰ ਵੱਖਰਾ ਸਮਝਦੇ ਹਨ। ਪਰ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹਨ, ਮਹਾਰਾਜ ਕਹਿੰਦੇ ਉਹ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖਦੇ ਹਨ। ਅਤੇ ਜਿਹਾ ਭਾਉ ਤਿਹਾ ਫਲ ਪਾਈਐ, ਜਿਹਾ ਜਿੱਦਾਂ ਦੀ ਵੀ ਕੋਈ ਭਾਵਨਾ ਲੈ ਕਰਕੇ ਉਹਨਾਂ ਦੇ ਸਨਮੁਖ ਹਾਜ਼ਰ ਹੁੰਦਾ ਹੈ, ਉਹਨਾਂ ਦੀ ਉਹੀ ਭਾਵਨਾ ਪਰਮੇਸ਼ਰ ਜੀ ਪੂਰੀ ਕਰਦੇ ਹਨ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੋ ਆਪ ਗਵਾਈਐ। ਅਖੀਰ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਨਾਮ ਲੈ ਕਰਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਮਹਾਰਾਜ ਕਹਿੰਦੇ ਫਿਰ ਉਹ ਵਿੱਚੋਂ ਆਪਾ ਭਾਵ ਹਉਮੈ ਹੰਕਾਰ ਨੂੰ ਤਿਆਗ ਦਿੰਦੇ ਹਨ ਅਤੇ ਅਖੀਰ ਨੂੰ ਗੁਰੂ ਵਾਲੇ ਹੋ ਕਰਕੇ ਇਸ ਸੰਸਾਰ ਤੋਂ ਸੁਰਖਰੂ ਹੁੰਦੇ ਹਨ। ਫਿਰ ਉਹਨਾਂ ਦੇ ਬਾਬਤ ਮਹਾਂਪੁਰਖਾਂ ਦੇ ਬਾਬਤ ਮਹਾਰਾਜ ਫਰਮਾਉਂਦੇ ਹਨ, ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ। ਮਹਾਰਾਜ ਕਹਿੰਦੇ ਉਹ ਫਿਰ ਜੋਤ ਦੇ ਵਿੱਚ ਜੋਤ ਰਲ ਜਾਂਦੇ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਫਰਮਾਨ ਅੰਦਰ ਆਪਾਂ ਨੂੰ ਸਮਝਾਇਆ ਹੈ। ਮਹਾਰਾਜ ਕਿਰਪਾ ਕਰਨ, ਸਮੱਤ ਬਖਸ਼ਣ, ਇਸ ਫਰਮਾਨ ਦੇ ਉੱਪਰ ਚੱਲਣ ਦੀ ਸਾਨੂੰ ਬੁੱਧੀ ਬਖਸ਼ਣ ਕਰਨ। ਸਤਿਗੁਰ ਸੱਚੇ ਪਾਤਸ਼ਾਹ ਜੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਮਹਾਰਾਜ ਕਿਰਪਾ ਕਰਨ, ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਨਜ਼ਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤੇਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੋ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਪੂਜਨੀਕ ਮਾਤਾ ਗੁਜਰ ਕੌਰ ਮਾਤਾ ਸਾਹਿਬ ਕੌਰ ਤਥਾ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਝੰਡਿਆਂ ਬੁੰਗਿਆਂ ਜੋੜ ਮੇਲਿਆਂ ਸਰੋਵਰਾਂ ਨਿਸ਼ਾਨਾਂ ਤਖਤਾਂ ਗੁਰੂ ਧਾਮਾਂ ਸਰਬੱਤਰ ਗੁਰਦੁਆਰਿਆਂ ਸਾਧੂ ਸੰਤਾਂ ਮਹਾਤਮਾ ਬ੍ਰਹਮ ਗਿਆਨੀ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਸਰਬੱਤ ਖਾਲਸਾ ਪੰਥ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਤ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਹਜ਼ੂਰ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ। ਆਪ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਮਹਾਰਾਜ। ਆਪ ਜੀ ਕੇ ਸਨਮੁਖ ਅੰਮ੍ਰਿਤ ਵੇਲੇ ਕੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕੇ ਪ੍ਰਕਾਸ਼ ਕਰਨ ਦੀ ਸੇਵਾ ਉਪਰੰਤ ਆਪ ਜੀ ਕੇ ਹਜ਼ੂਰ 5 ਬਾਣੀਆਂ ਨਿਤਨੇਮ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਸਦਕਾ ਕਰਵਾਏ ਹਨ। ਆਪ ਜੀ ਦੀਆਂ ਸੇਵਾਵਾਂ ਨਿਭਾਉਂਦਿਆਂ ਹਜ਼ੂਰ ਗੁਰਬਾਣੀ ਪਾਠ ਪੜ੍ਹਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਵਾਸਤੇ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਅਗਾਂਹ ਵਾਸਤੇ ਆਪਣੀ ਸੇਵਾ ਆਪ ਕਰਾਉਂਦੇ ਰਹਿਣਾ ਮਹਾਰਾਜ। ਆਲਸ ਦਲਿੱਦਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਾ ਕੇ ਰੱਖਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਇਆ ਕਰਨੀ। ਉਸ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਕੇ ਹੁਕਮ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਾ ਵਾਰਤਾ ਹੋਈ ਹੈ ਗਰੀਬ ਨਿਵਾਜ। ਹੁਕਮ ਦੇ ਅਰਥ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ ਗਰੀਬ ਨਿਵਾਜ। ਮਹਾਰਾਜ ਕਿਰਪਾ ਕਰੋ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾ ਦਰ ਪ੍ਰਵਾਨ ਕਰਨੀ। ਚੱਲੇ ਹੋਏ ਕਦਮ ਲੇਖੇ ਵਿੱਚ ਲਾਉਣੇ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ ਗਰੀਬ ਨਿਵਾਜ। ਦਇਆ ਕਰਨੀ ਮਹਾਰਾਜ ਸਦਾ ਅੰਗ ਸੰਗ ਸਹਾਈ ਹੋ ਕੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ। ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਦੇ ਦੀਵਾਨਾਂ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਆਪ ਜੀ ਕੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਮਹਾਰਾਜ। ਭਾਈ ਬਲਦੇਵ ਸਿੰਘ ਹੋਣਾ ਵੱਲੋਂ ਮਹਾਰਾਜ ਅੱਜ ਦੀ ਦੇਗ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰ ਕੀਤੀ ਹੈ ਮਹਾਰਾਜ। ਜਿਨ੍ਹਾਂ ਭਾਵਨਾ ਨੂੰ ਲੈ ਕਰਕੇ ਗੁਰਮੁਖ ਪਰਿਵਾਰ ਨੇ ਆਪ ਜੀ ਦੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਨਿਭਾਈ। ਸਾਹ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ ਮਹਾਰਾਜ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰੋ ਜੀ। ਹੁਕਮ 'ਤੇ ਚੱਲਣ ਦੀ ਸਮਰੱਥਾ ਬਖਸ਼ਣੀ ਸਹੀ ਪਿਆਰਿਆਂ ਦੇ ਮੇਲ ਕਰਾਉਣੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਜੇ ਸ਼ਰਨ ਜੋ ਹੋਏ। ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਾਸਾਰ ਡੰਕਾ ਬਾਜੈ ਫਤਿਹ ਕਾ
नेह कलंक अवतार। बोले सो निहाल। सत श्री अकाल। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। बाणी गुरु गुरु है बाणी, विच बाणी अमृत सारे। गुरबाणी कह सेवक जन मन, परदख गुरु निस्तारे। सो कहो टल गुर सेविय, अहनस सहज सुभाय। दर्शन परस है गुरु का, जन्म मरण दुख जाए। सतनाम श्री वाहिगुरु साहिब जीओ। सोरठ महला तीजा। सो सिख सखा बंधप है भाई, जे गुर के भाने विच आवे। अपना भाण जो चलै भाई, विछड़ चोटा खावे। सो सिख सखा बंधप है भाई, जे गुर के भाने विच आवे। अपना भाण जो चलै भाई, विछड़ चोटा खावे। बिन सतगुर सुख कदे ना पावे भाई, फिर पछोतावे। हर के दास सोहेले भाई, जन्म जन्म के किल बिख दुख काटे। आपे मेल मलाई रहाओ। एहो कुटुंब सब जिय के बंधन भाई, परम भुला सै सारा। बिन गुर बंधन टूट है नाही, गुरमुख मोख द्वारा। कर्म करहे गुर शब्द ना पछाण है, मार जन्म है वारो वारा। हाउ मेरा जग पलच रहया भाई, कोई ना किस ही केरा। गुरमुख महल पायन गुण गावन, निज घर होए बसेरा। एथ बूझै सो आप पछाणै, हर प्रभ है तिस केरा। सतगुरु सदा दयाल है भाई, बिन भागा क्या पाइयै। एक नदर कर वेखै सब ऊपर, जेहा भाओ तेहा फल पाइयै। नानक नाम बसै मन अंतर,
बिच हो आप गवाइया। एक नदर कर वेखै सब ऊपर, जेहा भाओ तेहा फल पाइयै। नानक नाम वसै मन अंतर, विच हो आप गवाइया। वाहिगुरु जी का खालसा, वाहिगुरु जी की फतेह। सतनाम वाहिगुरु, सतनाम वाहिगुरु।